ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 28 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬੀ ਯੂਨੀਵਰਸਿਟੀ ਤੋਂ। ਸ਼ਰਮਾ ਜੀ ਕਹਿੰਦੇ ਪੰਜਾਬੀ ਯੂਨੀਵਰਸਿਟੀ ਦੇ ਹੁਣ ਦਸਤਖਤ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਕਰਨੇ ਲਾਜ਼ਮੀ ਕਰ ਦਿੱਤੇ ਗਏ ਆ ਜੀ। ਬਿਲਕੁਲ ਪ੍ਰਵੀਨ ਜੀ, ਇਹ ਨਵਾਂ ਸਰਕੂਲਰ ਜਾਰੀ ਹੋਇਆ, ਉਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਹੁਕਮ ਚਾੜੇ ਗਏ ਨੇ। ਮੈਨੂੰ ਲੱਗਦਾ ਕਿ ਬਹੁਤ ਦੇਰ ਨਾਲ ਆਇਆ ਪਰ ਸਹੀ ਫੈਸਲਾ ਹੈ। ਜਦੋਂ ਯੂਨੀਵਰਸਿਟੀ ਦਾ ਨਾਂ ਹੀ ਆਪਣੇ ਆਪ ਚ ਸਪਸ਼ਟ ਹੈ ਕਿ ਇਹ ਪੰਜਾਬੀ ਭਾਸ਼ਾ ਨੂੰ ਪਰਨਾਈ ਹੋਈ ਯੂਨੀਵਰਸਿਟੀ ਹੈ, ਭਾਸ਼ਾ ਆਧਾਰਿਤ ਯੂਨੀਵਰਸਿਟੀ ਹੈ, ਤੇ ਫਿਰ ਉਹਦੇ ਵਿੱਚ ਇਹ ਤਾਂ ਸਾਰਾ ਕੁਝ ਬਹੁਤ ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ। ਸਹੀ ਹੈ। ਚਲੋ, ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਇਸ ਸਮੇਂ ਦੇ ਉਪ ਕੁਲਪਤੀ ਡਾਕਟਰ ਜਗਦੀਪ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਬਕਾਇਦਾ ਸਰਕੂਲਰ ਜਾਰੀ ਕਰਦਿਆਂ ਹੋਇਆ ਕਿਹਾ ਕਿ ਇਹ ਹੁਕਮ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਨੂੰ, ਸਾਰੇ ਵਿਭਾਗਾਂ 'ਚ ਤੈਨਾਤ ਹਰ ਛੋਟੇ ਵੱਡੇ ਕਰਮਚਾਰੀ ਨੂੰ ਹੈ ਕਿ ਉਹ ਤੁਰੰਤ ਪ੍ਰਭਾਵ ਤੋਂ ਆਪਣੇ ਹਰ ਕੰਮਕਾਜ ਦੇ ਵਿੱਚ, ਹਰ ਆਪਣੇ ਫੈਸਲੇ ਦੇ ਵਿੱਚ, ਹਰ ਆਪਣੀ ਲਿਖਤ ਦੇ ਹਵਾਲੇ ਨਾਲ ਜਿੱਥੇ ਵੀ ਉਸ ਦੇ ਦਸਤਖਤਾਂ ਦੀ ਜ਼ਰੂਰਤ ਹੋਵੇ ਉਹ ਆਪਣੀ ਮਾਂ ਬੋਲੀ ਪੰਜਾਬੀ 'ਚ ਕਰੇ। ਬਕਾਇਦਾ ਤੌਰ ਤੇ ਸਿੱਖਿਅਤ ਨਾਲ ਸੰਬੰਧਿਤ ਜਿਹੜੇ ਨੁਮਾਇੰਦੇ ਉੱਥੇ ਤੈਨਾਤ ਨੇ, ਉੱਥੇ ਕਰਮਚਾਰੀ ਨੇ, ਜਾਂ ਦੂਸਰੇ ਵਿਭਾਗਾਂ 'ਚ ਸਹਾਇਕ ਹੋਰ ਤਰ੍ਹਾਂ ਦੇ ਸੇਵਾਵਾਂ ਦੇ ਲਈ ਮੁਲਾਜ਼ਮ ਉੱਥੇ ਤੈਨਾਤ ਨੇ, ਉਹ ਸਾਰੇ ਮਤਲਬ ਕਿਸੇ ਵੀ ਕੈਟਾਗਰੀ ਦਾ ਕੋਈ ਵੀ ਮੁਲਾਜ਼ਮ ਹੋਵੇ, ਉਹਨਾਂ ਸਾਰਿਆਂ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ, ਹਰ ਵਿਭਾਗ ਦੇ ਲਈ ਜਾਰੀ ਕੀਤੇ ਗਏ ਨੇ। ਔਰ ਇਸ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਦਾ ਵੀ ਹੁਕਮ ਦਿੱਤਾ ਗਿਆ, ਜਿਹੜਾ ਸਵਾਗਤਯੋਗ ਕਦਮ ਹੈ। ਵੈਸੇ ਤਾਂ ਜਦੋਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਹਰ ਸਰਕਾਰੀ ਵਿਭਾਗ 'ਚ ਕੰਮ ਪੰਜਾਬੀ 'ਚ ਹੋਊਗਾ ਤੇ ਇਹ ਸਾਰੇ ਖੇਤਰ ਵੀ ਉਹਦੇ ਅਧੀਨ ਹੀ ਆਉਂਦੇ ਨੇ, ਤਾਂ ਫਿਰ ਬਹੁਤ ਪਹਿਲਾਂ ਸਾਰੇ ਕਿਤੇ ਹੋ ਜਾਣਾ ਚਾਹੀਦਾ। ਚਲੋ, ਪੰਜਾਬ ਯੂਨੀਵਰਸਿਟੀ ਨੇ ਵਿਲੱਖਣ ਤੌਰ ਦੇ ਉੱਤੇ ਆਪਣੇ ਪੱਧਰ ਤੇ ਪਹਿਲ ਕਦਮੀ ਕਰਕੇ ਇੱਕ ਵਾਹਵਾਹੀ ਖੱਟਣ ਵਾਲਾ ਕਦਮ ਚੁੱਕਿਆ। ਮੈਨੂੰ ਲੱਗਦਾ ਇਹ ਤੋਂ ਵੀ ਬਾਕੀ ਧਿਰਾਂ ਵੀ ਮਤਲਬ ਦਿਸ਼ਾ ਨਿਰਦੇਸ਼ ਲੈ ਲੈਣ ਜਾਂ ਇਸ ਦੀ ਨਕਲ ਕਰ ਲੈਣ, ਇਸ ਤੋਂ ਹੀ ਸਿੱਖ ਲੈਣ ਕਿ ਸਾਰੇ ਵਿਭਾਗਾਂ 'ਚ ਇਹ ਅਮਲੀ ਤੌਰ ਤੇ ਲਾਗੂ ਹੋ ਜਾਵੇ ਤਾਂ ਬਹੁਤ ਸਹੀ ਗੱਲ ਹੈ। ਅਸੀਂ ਕਹਿੰਦੇ ਕਿ ਤੁਸੀਂ ਕੇਂਦਰ ਨਾਲ ਕੋਈ ਰਾਬਤਾ ਕਰਨਾ ਹੈ ਤਾਂ ਉੱਥੇ ਉਲਥੇ ਵਾਲੀਆਂ ਕਾਪੀਆਂ ਨਾ ਭੇਜੋ ਨਾਲ। ਸਹੀ। ਤੁਸੀਂ ਜੇ ਗ੍ਰਹਿ ਮੰਤਰਾਲੇ ਨੂੰ ਕੁਝ ਲਿਖਣਾ ਹੈ, ਪ੍ਰਧਾਨ ਮੰਤਰੀ ਨੂੰ ਕੁਝ ਲਿਖਣਾ ਹੈ, ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੂੰ ਕੁਝ ਲਿਖਣਾ ਹੈ ਨਾ, ਤਾਂ ਤੁਸੀਂ ਉਲਥਾ ਕਰਕੇ ਨਾਲ ਲਾਓ, ਪਰ ਪਤਾ ਲੱਗੇ ਜੇ ਉੱਪਰਲੀ ਚਿੱਠੀ, ਤੁਹਾਡਾ ਉੱਪਰਲਾ ਖੱਤ, ਤੁਹਾਡਾ ਪਹਿਲਾ ਪੰਨਾ ਆਪਣੀ ਬੋਲੀ 'ਚ ਹੋਊਗਾ, ਉਹਦੇ ਥੱਲੇ ਤੁਸੀਂ ਅੰਗਰੇਜ਼ੀ ਹਿੰਦੀ 'ਚ ਲਾ ਦਿਓ। ਸਹੀ ਹੈ, ਬਿਲਕੁਲ। ਕੀ ਹਰਜ ਹੈ? ਅਗਲੇ ਨੂੰ ਪਤਾ ਲੱਗੇ ਕਿ ਬਈ ਜਿਹੜਾ ਇਹ ਖੱਤ ਆਇਆ ਇਹ ਮੈਨੂੰ ਪੰਜਾਬ ਤੋਂ ਆਇਆ, ਤੇ ਠੀਕ ਹੈ, ਉਹ ਆਪਣੀ ਜਿਹੜੀ ਭਾਸ਼ਾ ਸਹੂਲਤ ਮਹਿਸੂਸ ਕਰਦਾ ਹੋਵੇ ਥੱਲੇ ਜਾ ਕੇ ਅੰਗਰੇਜ਼ੀ ਜਾਂ ਹਿੰਦੀ 'ਚ ਪੜ੍ਹ ਲਵੇ। ਪਰ ਇੱਥੇ ਤਾਂ ਸਾਡੇ ਸਕੱਤਰੇ 'ਚੋਂ ਜਿਹੜੇ ਹੁਕਮ ਜਾਂਦੇ ਨੇ ਉਹ ਹੁਕਮ ਅੰਗਰੇਜ਼ੀ 'ਚ ਜਾਂਦੇ ਨੇ। ਆਪਣੇ ਹੀ ਪੰਜਾਬ ਦੇ, ਆਪਣੇ ਹੀ ਡੀਸੀਆਂ ਨੂੰ, ਆਪਣੇ ਹੀ SSPਆਂ ਨੂੰ, ਆਪਣੇ ਹੀ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ, ਮਤਲਬ ਇੱਥੋਂ ਤੱਕ ਕਿ ਮੰਤਰੀ ਮੰਡਲ ਦੇ ਜੇ ਨਾਮ ਤਬਦੀਲੀ ਦੇ ਆਉਂਦੇ ਨੇ ਉਹ ਵੀ ਅੰਗਰੇਜ਼ੀ 'ਚ ਆ ਜਾਂਦੇ ਨੇ। ਸਹੀ ਗੱਲ ਹੈ, ਬਿਲਕੁਲ ਏਦਾਂ ਹੀ ਹੁੰਦਾ। ਜੇ ਆ ਅਸੀਂ ਨਵਾਂ ਮੰਤਰੀ ਲੈਣ ਲੱਗਿਆ, ਕਰਨ ਲੱਗਿਆ, ਤੇ ਫਿਰ ਮੈਨੂੰ ਅੱਜ ਵੀ ਯਾਦ ਆ, ਸ਼ਾਇਦ ਮੈਂ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ ਕਿ ਸਪੀਕਰ ਸਾਹਿਬ ਨੇ ਇੱਕ ਵਾਰ ਮੀਟਿੰਗ ਬੁਲਾਈ ਸੀ ਪੰਜਾਬੀ ਭਾਸ਼ਾ ਦੀ ਫਿਕਰਮੰਦੀ ਨੂੰ ਲੈ ਕੇ। ਤੇ ਉੱਥੇ
ਸਾਡੇ ਸਾਰਿਆਂ ਦੇ ਨਾਮ ਵੀ ਅੰਗਰੇਜ਼ੀ ਲਿਖੇ ਸਾਹਮਣੇ ਦਸਤਖਤ ਕਰਨ ਲਈ, ਫਿਰ ਫਟਾਫਟ ਰਜਿਸਟਰ ਚੱਕ ਕੇ ਬਦਲਿਆ। ਤੇ ਮੈਂ ਉੱਥੇ ਗੱਲ ਕੀਤੀ ਕਿ ਜਨਾਬ ਪੰਜਾਬ ਸਰਕਾਰ ਨੇ 2-3 ਮਹੀਨੇ ਪਹਿਲਾਂ ਫੈਸਲਾ ਲਿਆ, ਬੜਾ ਚੰਗਾ ਲੱਗਿਆ ਕਿ ਡੀਸੀਆਂ ਸਾਰਿਆਂ ਨੂੰ ਹੁਕਮ ਦਿੱਤੀ ਗਈ ਕਿ ਪੰਜਾਬ 'ਚ ਸਾਰੇ ਕੰਮ ਪੰਜਾਬੀ 'ਚ ਹੋਣੇ ਚਾਹੀਦੇ ਆ। ਹਾਂਜੀ, ਪਰ ਡੀਸੀਆਂ ਨੂੰ ਜਿਹੜਾ ਇਹ ਹੁਕਮ ਭੇਜਿਆ ਉਹ ਅੰਗਰੇਜ਼ੀ 'ਚ ਭੇਜਿਆ। ਕਰ ਲਓ ਕੰਮ ਪੰਜਾਬੀ 'ਚ। ਤੋ ਇਸ ਲਈ ਪੰਜਾਬੀ ਯੂਨੀਵਰਸਿਟੀ ਨੇ ਜੋ ਪਹਿਲ ਕਦਮੀ ਕੀਤੀ ਹੈ ਉਸ ਦੇ ਲਈ ਉਹਨਾਂ ਦਾ ਧੰਨਵਾਦ ਵੀ ਵਧਾਈ ਦੇ ਪਾਤਰ ਨੇ। ਪਰ ਇਹ ਹਰ ਵਿਭਾਗ ਦੇ, ਹਰ ਅਦਾਰੇ ਦੇ, ਹਰ ਨੁਮਾਇੰਦੇ ਦੇ ਇਹ ਜ਼ਿੰਮੇ ਆਉਂਦਾ ਕਿ ਉਹ ਆਪਣੀ ਬੋਲੀ ਪ੍ਰਤੀ ਆਪਣੇ ਸੂਬੇ ਦੇ ਵਿੱਚ ਇਹ ਫਰਜ਼ ਅਦਾ ਕਰੇ, ਤੇ ਸਰਕਾਰ ਨੂੰ ਇਸ ਦੇ ਲਈ ਪਹਿਲ ਕਦਮੀਆਂ ਕਰਨ ਦੀ ਲੋੜ ਹੈ। ਇਕੱਲੇ ਕਹਿਣ ਨਾਲ ਨਹੀਂਗਾ ਕਿ ਹਾਂ ਲੈ ਇਹਨੂੰ ਤਾਂ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਬੋਲਣੀ ਆਉਂਦੀ ਹੈ ਨਾ, ਇਹ ਤਾਂ ਲੋਕਾਂ ਨੂੰ ਵੀ ਲੋਕ ਕਹਿੰਦੇ ਨੇ, ਇਹ ਕਹਿਣ ਨਾਲ ਹੀ ਸਰਨਾ ਜਨਾਬ। ਆਪਣੇ ਥੱਲੇ ਵਾਲੇ ਅਫਸਰਾਂ ਦੇ ਵੀ ਝਾਤ ਮਾਰ ਕੇ ਦੇਖੋ ਜਿਹੜੇ ਸਾਰੇ ਮਤਲਬ ਕਿ ਹੋਰ ਭਾਸ਼ਾਵਾਂ ਨੂੰ ਪਹਿਲ ਕਦਮੀ ਦੇ ਰਹੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਗੈਂਗਸਟਰ ਦੀ ਪਤਨੀ ਕਹਿ ਕੇ ਕਹਿੰਦੇ ਅਕਾਲੀ ਉਮੀਦਵਾਰ ਦੀ ਧੀ ਕਰ ਲਈ ਇਹਨਾਂ ਨੇ ਗ੍ਰਿਫਤਾਰ ਜੀ। ਪ੍ਰਵੀਨ ਜੀ, ਤਰਨਤਾਰਨ ਜਿਮਨੀ ਚੋਣ ਜਿੱਤਣ ਤੋਂ ਬਾਅਦ ਵੀ ਸ਼ਾਇਦ ਸਰਕਾਰ ਉੱਥੇ ਕੁਝ ਹਾਰਿਆ ਹੋਇਆ ਮਹਿਸੂਸ ਕਰ ਰਹੀ ਹੈ। ਮੈਨੂੰ ਲੱਗਦਾ ਸਰਕਾਰ ਨੂੰ ਇਹ ਲੱਗਦਾ ਕਿ ਉਹ ਗੱਲ ਨਹੀਂ ਬਣੀ ਜੋ ਅਸੀਂ ਸੋਚੀ ਸੀ। ਨਹੀਂ ਤਾਂ ਅਕਸਰ ਹੁੰਦਾ ਕਿ ਨਤੀਜੇ ਆ ਗਏ, ਤੁਸੀਂ ਜਿੱਤ ਗਏ, ਤੇ ਜਿੱਤ ਦੇ ਧੂੜ ਦੇ ਵਿੱਚ ਸਾਰਾ ਕੁਝ ਅਗਾਂਹ ਉੱਡ ਜਾਂਦਾ ਕਿ ਠੀਕ ਹੈ ਛੱਡੋ ਬਸ ਚੋਣ ਲੜਨ ਤੱਕ ਸੀ ਮਸਲਾ। ਪਰ ਤੁਸੀਂ ਅਜੇ ਤੱਕ ਜੇ ਖੁੰਦਕ ਪਾਲੀ ਬੈਠੇ ਹੋ, ਅਜੇ ਤੱਕ ਜੇ ਟਸਲ ਪਾਲੀ ਬੈਠੇ ਹੋ, ਅਜੇ ਤੱਕ ਜੇ ਟਕਰਾਅ ਪਾਲੀ ਬੈਠੇ ਹੋ, ਤਾਂ ਇਹਦੇ ਮਾਇਨੇ ਕੀ ਜੀ? ਮਤਲਬ ਇੱਕ ਤਾਂ ਲਗਾਤਾਰ ਪੰਜਾਬ ਦੇ ਵਿੱਚ ਪੁਲਿਸ ਦੀ ਜਿਸ ਤਰ੍ਹਾਂ ਦੀ ਵਰਤੋਂ ਹੈ ਉਹ ਵੱਡਾ ਸਵਾਲ ਹੈ। ਦੇਖੋ ਪੱਤਰਕਾਰ ਮੰਡੀ 'ਚ ਕਵਰ ਕਰਨ ਜਾਂਦਾ ਤਾਂ ਉਹਨੂੰ ਆੜਤੀਏ ਪੈ ਨਿਕਲਦੇ ਨੇ ਸਰਕਾਰੀ, ਹੈ ਨਾ, ਜਿਹਨਾਂ ਦੀ ਸਰਕਾਰੀ ਪਹੁੰਚ ਅਪਰੋਚ ਹੈ, ਤੇ ਪੁਲਿਸ ਕਾਰਵਾਈ ਨਹੀਂ ਕਰਨ ਨੂੰ ਆਉਂਦੀ। ਕੱਲ ਮੁਲਾਜ਼ਮ ਪੰਜਾਬ ਰੋਡਵੇਜ਼ PRTC ਪਨ ਬੱਸ ਵਾਲੇ ਉਹ ਜਿਹੜੇ ਮਤਲਬ ਕਿ ਹੈ ਨਾ ਬੱਸਾਂ ਨੂੰ ਜਿਹੜੇ ਉਹ ਕਰਦੇ ਆ ਨਾ ਕਿਲੋਮੀਟਰ ਸਕੀਮ ਦੇ ਤਹਿਤ ਉਹਦੇ ਟੈਂਡਰ ਖੋਲਣ ਲਈ ਉਹ ਧੱਕਾ ਕਰ ਰਹੇ ਨੇ, ਤੇ ਉਹਦੇ ਤੇ ਮੁਲਾਜ਼ਮ ਹੜਤਾਲ ਤੇ, ਤਾਂ ਉਹਨਾਂ ਨੂੰ ਕਵਰ ਕਰਦੇ ਆ। ਸੰਗਰੂਰ 'ਚ ਪੱਤਰਕਾਰਾਂ ਨੂੰ ਪੈ ਨਿਕਲੀ ਪੁਲਿਸ, ਹੈ ਨਾ। ਸੋ ਪੁਲਿਸ ਕਿਤੇ ਐਨਕਾਊਂਟਰ, ਕਿਤੇ ਗੋਲੀਬਾਰੀ, ਕਿਤੇ ਕੁਛ, ਮੁਲਾਜ਼ਮਾਂ ਤੇ ਸਾਰਿਆਂ ਤੇ ਵਧੀਕੀ। ਇਹ ਕਿਹਦੇ ਹੁਕਮਾਂ ਤੇ ਹੁੰਦਾ? ਸਹੀ ਹੈ। ਤੇ ਤਰਨਤਾਰਨ ਜਿਮਨੀ ਚੋਣ ਦੀ ਵੱਡੀ ਉਦਾਹਰਨ ਨਿਕਲ ਕੇ ਆਈ ਸੀ ਕਿ ਤੁਹਾਨੂੰ ਇੱਕ ਜਿਮਨੀ ਚੋਣ ਲਈ SSP ਸਸਪੈਂਡ ਕਰਨਾ ਪੈ ਜਾਵੇ, 2 DSP ਸਸਪੈਂਡ ਕਰਨੇ ਪੈ ਜਾਣ, DGP ਚੋਣ ਕਮਿਸ਼ਨ ਤਲਬ ਕਰ ਲਵੇ। ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਿਹਾ ਹੀ ਸੀਗਾ ਕਿ ਵੀ ਵਧਾਈ ਤਾਂ ਪੁਲਿਸ ਨੂੰ ਆ, ਪੁਲਿਸ ਦਾ ਉਮੀਦਵਾਰ ਜਿੱਤਿਆ, ਕਿਉਂਕਿ 9 ਪਰਚੀਆਂ ਦਾ ਮਾਮਲਾ ਆਇਆ ਸੀ ਉੱਥੇ। ਸਹੀ ਕਿ ਸਰਪੰਚਾਂ ਤੇ ਪੰਚਾਂ ਤੇ ਇਹਨਾਂ ਦੇ MCA ਤੇ ਅਕਾਲੀ ਪੱਖੀ ਲੋਕਾਂ ਦੇ ਉੱਤੇ ਪਰਚੇ ਕੀਤੇ। ਇਹਦਾ ਮਤਲਬ ਜਾਂ ਤਾਂ ਇਹ ਹੈ ਕਿ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ 2027 ਚ ਅਕਾਲੀ ਦਲ ਨੂੰ ਟੱਕਰ ਦੇ ਸਕਦਾ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਤਰਨਤਾਰਨ ਦੇ ਵਿੱਚ ਅਕਾਲੀ ਦਲ ਨੇ ਜਿਵੇਂ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਵਿੱਚ ਉਹਨਾਂ ਨੂੰ ਡਰ ਲੱਗਿਆ ਤੇ ਇਸ ਲਈ ਕਾਰਵਾਈ ਹੈ। ਡਰ ਤੋਂ ਬਿਨਾਂ ਤਾਂ ਕਾਰਵਾਈ ਹੈ ਨਹੀਂ, ਇਹ ਡਰ ਚੋਂ ਹੈ। ਜਦੋਂ ਤੁਹਾਨੂੰ ਸਾਹਮਣੇ ਤੋਂ ਕੋਈ ਟੱਕਰਦਾ ਵੀ ਤੁਹਾਨੂੰ ਡਰ ਲੱਗਦਾ, ਫਿਰ ਉਹਦੇ ਤੁਸੀਂ ਆਪਣੀ ਤਾਕਤ ਦੀ, ਸ਼ਕਤੀ ਦੀ ਵਰਤੋਂ ਕਰਦੇ ਹੋ। ਤੇ ਉਹ 9 FIR ਦੇ ਵਿੱਚ ਜਿਹੜੀ ਬੀਬੀ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ, ਉਸ ਦੇ ਜਵਾਈ ਦੇ ਹਵਾਲੇ ਨਾਲ ਇਹ ਰੌਲਾ ਖੂਬ ਪੈਂਦਾ ਜੀ ਕਿ ਉਹਨੇ ਡਰਾਤੇ ਜੀ, ਉਹਨੇ ਧਮਕਾਤੇ ਜੀ ਵੋਟਰਾਂ ਨੂੰ, ਤਾਂ ਉਹਨੇ ਕਹਿ ਕੇ ਵੋਟਾਂ ਪਾਉਂਦੇ ਜੀ, ਸੱਤਾਧਾਰੀ ਤੇਰੇ ਦਾ ਰੌਲਾ ਵੀ ਪਾਉਂਦੀ ਆ, ਤੇ ਇਲਾਕੇ 'ਚ ਚਰਚਾ ਵੀ ਹੈ ਕਿ ਉਹਦੀ ਇਹੋ ਜਿਹੀ ਪਹੁੰਚ ਅਪਰੋਚ ਹੈਗੀ ਆ ਵੀ, ਹੈ ਨਾ। ਸਵਾਲ ਇਹ ਹੈ ਕਿ ਜੇਕਰ ਉਹ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਕਰਦਾ ਤਾਂ ਲਿਆਓ ਉਹਨੂੰ ਬਾਹਰਲੇ ਦੇਸ਼ੋਂ ਚੱਕ ਲਿਆਓ। ਸਹੀ ਹੈ, ਬਿਲਕੁਲ। ਪਰ ਉਹਦੀ ਪਤਨੀ ਤੇ ਅਕਾਲੀ ਉਮੀਦਵਾਰ ਦੀ ਬੇਟੀ ਜੀ, ਉਸ ਨੇ ਚੋਣ ਇੰਜ ਲੜੀ ਕਿ ਜਿਵੇਂ ਉਹ ਆਪ ਉਮੀਦਵਾਰ ਹੋ। ਕੰਚਨਪ੍ਰੀਤ ਕੌਰ ਅਕਾਲੀ ਉਮੀਦਵਾਰ ਬੀਬੀ ਨਾਲੋਂ ਵੀ ਵੱਧ ਉੱਥੇ ਇਲਾਕੇ 'ਚ ਚਰਚਾ 'ਚ ਰਹੀ ਜੀ। ਤੇ ਉਸ ਚਰਚਾ ਦੇ ਡਰ ਚੋਂ ਜਾਂ 2027 ਚੋਂ ਉਮੀਦਵਾਰ ਹੋ ਸਕਦੀ ਹੈ ਅਕਾਲੀ ਦਲ ਦਾ, ਇਹ ਪਹਿਲੂ ਜਦੋਂ ਉੱਭਰਨ ਲੱਗਿਆ, ਜਾਂ ਉਸ ਦੀ ਤਕਰੀਰ ਦੀ ਕੋਈ ਕਾਟ ਨਹੀਂ ਤੁਹਾਨੂੰ ਮਿਲੀ, ਕੀ ਕਾਰਨ ਬਣਿਆ ਕਿ ਉਹਦੇ ਉੱਤੇ ਹੀ ਸਿੱਧੇ 4 ਪਰਚੇ ਦਰਜ ਹੋਏ। ਸਹੀ ਹੈ, ਬਿਲਕੁਲ। ਚਲੋ ਅਦਾਲਤੀ ਪ੍ਰਕਿਰਿਆ ਦੇ ਤਹਿਤ ਉਹਨੂੰ ਜ਼ਮਾਨਤ ਮਿਲ ਗਈ, ਜ਼ਮਾਨਤ ਮਿਲ ਗਈ, ਉਹਦਾ ਪਾਸਪੋਰਟ ਜਮ੍ਹਾਂ ਹੋ ਗਿਆ। ਪਰ ਇਹ ਹਵਾ ਪਿਛਲੇ ਕਿੰਨੇ ਦਿਨਾਂ ਦੀ ਚੋਣ ਨਤੀਜਿਆਂ ਤੋਂ ਬਾਅਦ ਦੀ ਉਡਾਈ ਹੋਈ ਸੀ ਕਿ ਜੀ ਉਹ ਤਾਂ ਬਾਇਆ ਨੇਪਾਲ ਭੱਜ ਗਈ ਜੀ, ਹੋਰ ਕਿਸੇ ਤਰੀਕੇ ਨਾਲ ਜੀ ਵਿਦੇਸ਼ ਭੱਜ ਗਈ ਵੀ। ਅਗਲੀ ਕਹਿੰਦੀ ਪਾਸਪੋਰਟ ਮੇਰਾ ਜ਼ਬਤ ਹੈ ਜੀ, ਮੈਂ ਹਲਕੇ ਦੇ ਵਿੱਚ ਹੈ, ਤੇ ਜੇ ਮੈਂ ਤੇ ਫਿਰ ਏਜੰਸੀਆਂ ਥੋੜੀਆਂ ਕਾਹਦੀਆਂ, ਤੁਹਾਨੂੰ ਇਹ ਨਹੀਂ ਪਤਾ ਮੈਂ ਉਰੇ ਆ ਕਿ ਬਾਹਰ। ਸਹੀ। ਚਲੋ ਜਦੋਂ ਅਦਾਲਤੀ ਪ੍ਰਕਿਰਿਆ 'ਚ ਉਹਨੂੰ ਜ਼ਮਾਨਤ ਮਿਲੀ ਤੇ ਹੋ ਗਿਆ ਕਿ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ, ਉਹ ਥਾਣੇ ਪੇਸ਼ ਹੋਣ ਚਲੀ ਗਈ ਕਿ ਜਾਂਚ ਦਾ ਸ਼ਾਮਲ ਹੋਣਾ। ਸਹੀ ਹੈ। ਪਰਚੇ ਤਾਂ ਖੜੇ ਨੇ। ਉਹ ਜਾਂਚ ਜਦੋਂ ਸ਼ਾਮਲ ਹੋ ਜਾਂਦੀ, ਉਦੋਂ 4-5 ਘੰਟੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ।
ਹੁਣ ਸਵਾਲ ਇਹ ਹੈ ਕਿ ਅਦਾਲਤ 'ਚ ਉਹਨੂੰ ਜ਼ਮਾਨਤ ਮਿਲੀ ਹੋਈ ਹੈ ਤੇ ਉਹਨੂੰ ਗ੍ਰਿਫਤਾਰੀ ਤੇ ਰੋਕ ਹੈ, ਫਿਰ ਗ੍ਰਿਫਤਾਰੀ ਕਾਹਦੀ? ਕਹਿੰਦੇ ਨੇ ਜੀ ਇੱਕ ਹੋਰ ਪਰਚਾ ਜੀ ਜਿਹੜਾ ਅਣਪਛਾਤਿਆਂ ਦੇ ਖਿਲਾਫ, ਉਹ 'ਚੋਂ ਇਹ ਪਛਾਣ ਲਈ ਅਸੀਂ, ਅੱਛਾ, ਵਾਹ। ਉਹਦੇ ਤਹਿਤ ਅਸੀਂ ਗ੍ਰਿਫਤਾਰ ਕਰ ਲਈ। ਤੇ ਅੱਗੇ ਵੀ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਟਾਈਮ ਵੀ ਝੂਠੇ ਪਰਚਿਆਂ ਦੀ ਚਰਚਾ ਖੂਬ ਚੱਲੀ ਹੈ, ਅਕਾਲੀ ਬੀਜੇਪੀ ਸਰਕਾਰ ਸਮੇਂ ਵੀ ਖੂਬ ਚੱਲੀ ਹੈ। ਝੂਠੇ ਪਰਚੇ ਪੈਂਦੇ ਆ ਜੀ, ਚੱਕ ਲੈ ਜਾਂਦੇ ਆ ਜੀ ਲੋਕ, ਇਹ ਸਾਰਾ ਕੁਝ ਹੁੰਦਾ ਹੈ। ਪਰ ਮਤਲਬ ਕਿ ਇਸ ਤਰ੍ਹਾਂ ਧੀਆਂ ਧਿਆਣੀਆਂ ਦੇ ਮਾਮਲੇ ਦੇ ਵਿੱਚ ਇੱਥੇ ਤੱਕ ਜਾਓਗੇ, ਇਹ ਕਦੇ ਸ਼ਾਇਦ ਕਿਸੇ ਨੇ ਇੰਜ ਨਾ ਸੋਚਿਆ ਹੋਵੇ। ਦੂਸਰਾ, ਫਿਰ ਤੁਸੀਂ ਗ੍ਰਿਫਤਾਰ ਵੀ ਇਸ ਤਰੀਕੇ ਨਾਲ ਕਰੋ ਕਿ ਬੁਲਾਓ ਪੁੱਛਗਿੱਛ ਲਈ, ਤੇ ਫਿਰ ਕਹੋ ਜੀ ਅਣਪਛਾਤੇ ਵਾਲਾ ਪਰਚਾ ਸਿੱਧਾ ਹੀ ਪਾ ਕੇ ਕਰਦੇ ਨਾ, ਹੈ ਨਾ? ਸਹੀ ਹੈ। ਚਲੋ, ਫਿਰ ਜਦੋਂ ਪਿਛਲੀਆਂ ਸਰਕਾਰਾਂ ਸਮੇਂ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਸੀ, ਸਰਕਾਰੀ ਤਾਕਤ ਦੀ ਵਰਤੋਂ ਹੁੰਦੀ ਸੀ, ਤਾਂ ਤੁਸੀਂ ਕਿਸੇ 'ਚ ਮੰਤਰੀ ਨੂੰ ਪੁੱਛ ਲੈਂਦੇ ਸੀ, ਕਿਸੇ ਐਮਐਲਏ ਨੂੰ, ਸੱਤਾਧਾਰੀ ਨੂੰ ਪੁੱਛਿਆ, ਉਹ ਕਹਿੰਦਾ ਜੀ ਸਾਨੂੰ ਨਹੀਂ ਪਤਾ, ਕਾਨੂੰਨ ਆਪਣੀ ਕਾਰਵਾਈ ਕਰ ਰਿਹਾ। ਉਹ ਆਪ ਸਿੱਧਾ ਨਹੀਂ ਸਾਹਮਣੇ ਹੁੰਦੇ ਸੀ। ਹੁਣ ਕਾਰਵਾਈ ਕਰਦੀ ਆ ਤੇ ਬਿਆਨ ਦੇਣ ਲਈ ਮੰਤਰੀ ਆਉਂਦੇ ਨੇ, ਕਹੀਂ ਹੋਊਗਾ ਜੀ, ਕਮਾਲ ਹੈ, ਸਹੀ ਗੱਲ, ਨਹੀਂ ਕਰਾਂਗੇ। ਜਿਹਦਾ ਮਤਲਬ ਸਿੱਧਾ ਸਪਸ਼ਟ ਹੈ ਕਿ ਤੁਸੀਂ ਝੱਗਾ ਚੱਕੀ ਬੈਠੇ ਹੋ। ਤੇ ਇਸ ਮਾਮਲੇ 'ਚ ਸਰਕਾਰ ਇਹ ਪੱਖ ਰੱਖ ਰਹੀ ਹੈ ਜੀ ਇਹ ਗੈਂਗਸਟਰ ਦੀ ਪਤਨੀ ਹੈ ਜੀ, ਤਾਂ ਫੜੀ ਹੋ ਜਾਣੀ ਸੀ। ਵੀ ਉਹਦਾ ਕੋਈ ਅਜਿਹਾ ਮਾਮਲਾ, ਸਹੀ ਹੈ, ਮਤਲਬ ਇਹ ਆਪਣੇ ਆਪ ਸਵਾਲ ਹੈ ਕਿ ਤੁਸੀਂ ਇਹਦਾ ਮਤਲਬ ਬਦਲਾਖੋਰੀ ਦੀ ਕਾਰਵਾਈ ਤਾਂ ਹੁਣ ਅਕਾਲੀ ਦਲ ਧਿਰ ਤਾਂ ਇਹ ਕਹਿ ਰਹੀ ਹੈ ਕਿ ਬਦਲਾਖੋਰੀ ਦੀ ਕਾਰਵਾਈ ਹੈ ਸਿੱਧੀ। ਇਹ ਤਾਂ ਕਬਦੀ ਕੀ ਹੈ ਜੀ? ਜੇ ਤਾਂ ਕਬਦੀ ਕੀ ਦਿਖ ਰਹੀ ਹੈ, ਜਿਸ ਦਮ ਨਾਲ ਅਕਾਲੀ ਦਲ ਨੇ ਚੋਣ ਲੜੀ ਹੈ, ਕਿ ਉਸ ਦਮ ਨਾਲ ਹੀ ਕੰਚਨਪ੍ਰੀਤ ਦੇ ਲਈ ਲੜੂਗਾ? ਸਵਾਲ ਇਹ ਹੈ ਕਿ ਚੋਣ ਲੜਦੇ ਹੀ ਤੁਸੀਂ ਠੰਡੇ ਹੋ ਗਏ, ਸਰਕਾਰ ਅਜੇ ਸਰਗਰਮ ਹੈ। ਸਵਾਲ ਇਹ ਵੀ ਹੈ। ਤੇ ਦੂਜਾ, ਇਸ ਲਈ ਉਮੀਦ ਘੱਟ ਹੈ ਕਿ ਦਮ ਨਾਲ ਲੜਨ ਦੀ। ਜਿਹੜੇ ਮਜੀਠੀਆ ਲਈ ਲੜ ਪਏ, ਉਹ ਕੰਚਨਪ੍ਰੀਤ ਲਈ ਲੜ ਪਾਉਣਗੇ? ਸਹੀ ਹੈ, ਬਿਲਕੁਲ, ਇਹ ਵੀ ਸਵਾਲ ਹੈ। ਸੋ ਦੇਖਦੇ ਹਾਂ ਜੀ। ਪਰ ਇਹ ਸੱਤਾਧਾਰੀ ਧਿਰ ਜੇ ਇਹ ਧੱਕੇਸ਼ਾਹੀ ਨਾਲ ਕੰਮ ਕਰ ਰਹੀ ਹੈ, ਕੀ ਉਹ ਨਵੀਂ ਪਨੀਰੀ ਨੂੰ ਜਿਹੜੀ ਇਲੈਕਸ਼ਨ ਦੇ ਵਿੱਚ ਆਉਣਾ ਚਾਹੁੰਦੀ ਹੈ, ਚੋਣ ਪ੍ਰਕਿਰਿਆ 'ਚ ਆਉਣਾ ਚਾਹੁੰਦੀ ਹੈ, ਉਹਨਾਂ ਤੋਂ ਡਰਦੀ ਹੈ? ਕੀ ਇਹ 2027 ਦੇ ਨਤੀਜਿਆਂ ਤੋਂ ਡਰਦੀ ਆ? ਕੀ ਇਹਦਾ ਇਹ ਪ੍ਰਗਟਾਵਾ ਹੈ ਕਿ ਆਉਂਦੀ ਕੋਈ ਵੀ ਚੋਣ ਹੋਵੇ, ਚਾਹੇ ਖਡੂਰ ਸਾਹਿਬ ਵਾਲੀ ਜ਼ਿਮਨੀ ਚੋਣ ਆ ਜਾਵੇ, ਚਾਹੇ ਬੰਗੇ ਵਾਲੀ ਆ ਜਾਵੇ, ਚਾਹੇ ਸਨੌਰ ਵਾਲੀ ਆ ਜਾਵੇ, ਜਾਂ ਜ਼ਿਲ੍ਹਾ ਬਲਾਕ ਸੰਮਤੀ ਦੀਆਂ ਆ ਜਾਣ, ਅਸੀਂ ਤਾਂ ਇਸ ਤਰੀਕਾ ਕਰਨ ਚੱਲਾਂਗੇ, ਜੋ ਦਿਖਾਇਆ ਜਾ ਰਿਹਾ? ਜੋ ਵੀ ਹੈ, ਇਹ ਪੰਜਾਬ 'ਚ ਸਹੀ ਨਹੀਂ ਹੋ ਰਿਹਾ ਜੀ। ਬਿਲਕੁਲ। ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। ਆਪਾਂ ਲੰਘੇ ਦਿਨਾਂ ਦੇ ਵਿੱਚ ਵੀ ਚਰਚਾ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੇ, ਪੰਜਾਬ ਸਰਕਾਰ ਨੇ ਉਸ ਮਾਮਲੇ ਦੇ ਵਿੱਚ ਉਹਨੂੰ ਰੱਦ ਕਰ ਦਿੱਤਾ, ਪੈਰੋਲ ਦੀ ਅਰਜ਼ੀ ਨੂੰ। ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ। ਹੁਣ ਇਸ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਅੰਮ੍ਰਿਤਪਾਲ ਸਿੰਘ ਹਾਈ ਕੋਰਟ ਦੇ ਵਿੱਚ ਮੁੜ ਪਹੁੰਚਿਆ ਜੀ। ਬਿਲਕੁਲ ਜੀ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇੱਕ ਪਟੀਸ਼ਨ ਲਾਈ ਸੀ ਸੁਪਰੀਮ ਕੋਰਟ, ਜਿਹੜੀ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਹੇਠਲੀ ਅਦਾਲਤ ਜਾਓ, ਤੇ ਫਿਰ ਉਹ ਪੰਜਾਬ ਹਰਿਆਣਾ ਹਾਈ ਕੋਰਟ ਆਏ। ਉਹਨਾਂ ਨੇ ਪੈਰੋਲ ਮੰਗੀ ਸੀ 1 ਤਰੀਕ ਤੋਂ 1 ਦਸੰਬਰ ਤੋਂ ਜਿਹੜਾ ਸਦਰ ਤੇ ਇਜਲਾਸ ਸ਼ੁਰੂ ਹੋਣਾ, ਉਹਦੇ ਸ਼ਿਰਕਤ ਕਰਨ ਦੇ ਲਈ। ਤੇ ਪਰ ਜਦੋਂ ਨਹੀਂ ਮਿਲੀ ਹੈ ਨਾ ਉੱਥੋਂ, ਕਿਉਂਕਿ ਉੱਥੇ ਇਹ ਕਾਰਨ ਦਿੱਤਾ ਗਿਆ ਜੀ ਕਿ ਪੰਜਾਬ ਸਰਕਾਰ ਨੇ ਰੱਦ ਕਰਤੀ। ਸਮਝ ਲਓ ਕਿ ਪੰਜਾਬ ਸਰਕਾਰ ਨੇ ਇਹਦੇ ਤੇ ਸਹਿਮਤੀ ਰਹੀ। ਪੰਜਾਬ ਸਰਕਾਰ ਨੇ ਹਵਾਲਾ ਅੰਮ੍ਰਿਤਸਰ ਪ੍ਰਸ਼ਾਸਨ ਦਾ ਦਿੱਤਾ। ਪ੍ਰਵੀਨ ਜੀ, ਆਪਾਂ 2-3 ਦਿਨ ਪਹਿਲਾਂ ਵੀ ਜਦੋਂ ਇਸ ਪਹਿਲੂ ਤੇ ਗੱਲ ਕਰ ਰਹੇ ਸੀ, ਤਾਂ ਆਪਾਂ ਜੰਮੂ ਕਸ਼ਮੀਰ ਦੇ ਉਸ ਮੈਂਬਰ ਪਾਰਲੀਮੈਂਟ ਦੀ ਰਾਸ਼ੀਦ ਦੀ ਵੀ ਗੱਲ ਕਰ ਰਹੇ ਸੀ ਕਿ ਉਸ ਨੂੰ ਕਿਵੇਂ ਮਿਲ ਰਹੀ ਹੈ ਪੈਰੋਲ। ਉਸ ਦਾ ਵੀ ਤਾਂ ਕੇਸ ਹੈ ਜੀ, ਉਹਦੇ ਤਾਂ ਇਹਦੇ ਨਾਲ ਪਹਿਲਾਂ ਹੀ UAPA ਲੱਗਿਆ ਵਾ ਸੀਗਾ ਤੇ ਉਹ ਸਾਰਾ ਕੁਝ ਸੀਗਾ, ਉਸ ਨੂੰ ਮਿਲ ਰਹੀ ਹੈ, ਤਾਂ ਫਿਰ ਇਹਨੂੰ ਕਿਉਂ ਨਹੀਂ? ਤੋ ਇਸ ਮਸਲੇ ਨੂੰ ਹੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਧਾਰ ਬਣਾਇਆ ਹੁਣ ਦੁਬਾਰਾ ਅਰਜ਼ੀ ਲਾਉਣ ਦਾ। ਠੀਕ ਹੈ। ਉਹਨਾਂ ਨੇ ਰਸ਼ੀਦ ਦੇ ਮਾਮਲੇ ਦੇ ਤੱਥ ਦੇਖ ਕੇ ਕਿ ਆਹ ਦੇਖੋ ਜੀ, ਉਸ ਨੂੰ ਮਿਲ ਸਕਦੀ ਤਾਂ ਮੈਨੂੰ ਕਿਉਂ ਨਹੀਂ ਆਧਾਰ ਬਣਾਇਆ? ਵੈਸੇ ਉਹਦੇ ਵਿੱਚ ਤਾਂ ਇਹ ਗੱਲ ਵੀ ਉੱਭਰ ਰਹੀ ਸੀ ਕਿ ਕਿਤੇ ਨਾ ਕਿਤੇ ਉਹ ਸਹਾਈ ਵੀ ਰਿਹਾ ਕੇਂਦਰ ਲਈ। ਉਹਨੇ ਉਮੀਦਵਾਰ ਉੱਥੇ ਖੜੇ ਕੀਤੇ ਸੀ ਜੰਮੂ ਚੋਣਾਂ ਦੇ ਦੌਰਾਨ, ਹੈ ਨਾ। ਕੀ ਕੱਲ ਨੂੰ ਅੰਮ੍ਰਿਤਪਾਲ ਦੇ ਉੱਤੇ ਵੀ ਇਹੋ ਜਿਹਾ ਦਬਾਅ ਰਹਿਣਾ ਕਿ ਤੂੰ ਇਹੋ ਜਿਹੀਆਂ ਉਮੀਦਵਾਰ ਖੜੇ ਕਰ ਜਿਹੜੇ ਵੋਟਾਂ ਦੀ ਵੰਡ 'ਚ ਹੀ ਰੋਲ ਨਿਭਾਉਣ, ਜਿੱਤਣ ਲਈ ਨਹੀਂ, ਤਾਂ ਕਿ ਉਹਦੇ ਵਿੱਚੋਂ ਸਾਡੀ ਜਿੱਤ ਹੋ ਜਾਵੇ ਤੇ ਪੰਥਕ ਵੋਟਾਂ ਬਣੀਆਂ ਜਾਣ? ਕਿ ਇਸ ਪ੍ਰਕਿਰਿਆ ਲਈ ਤਾਂ ਉਹਦੇ ਲਈ ਉਹ ਦੇਖੋ, ਪੰਜਾਬ ਸਰਕਾਰ ਤਾਂ ਇੱਕ ਵਿੱਚ ਟੂਲ ਹੈ। ਬਿਲਕੁਲ, ਸਭ ਨੂੰ ਪਤਾ ਹੈ ਕਿ ਤਾਰਾਂ ਪੰਜਾਬ ਸਰਕਾਰ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥ ਨੇ। ਜੇ NSA ਲਵਾਉਣ ਦੇ ਲਈ, ਅੰਮ੍ਰਿਤਪਾਲ ਸਿੰਘ ਨੂੰ ਚੱਕਣ ਦੇ ਲਈ, ਹੈ ਨਾ, ਫਿਰ ਮੁੜ ਕੇ UAPA ਲਾਉਣ ਦੇ ਲਈ, ਉੱਥੋਂ ਦਿਸ਼ਾ ਨਿਰਦੇਸ਼ਾਂ ਤੋਂ ਬਿਨਾਂ ਤਾਂ ਕਾਰਵਾਈ ਹੋ ਨਹੀਂ ਰਹੀ। ਸਹੀ ਹੈ। ਤੇ ਫਿਰ ਪੈਰੋਲ ਦੀ ਅਰਜ਼ੀ ਤੇ ਵੀ ਫੈਸਲਾ ਆਪ ਥੋੜਾ ਲੈਣਗੇ, ਪੁੱਛ ਕੇ ਲਿਆਊਗਾ। ਚਲੋ, ਪਰ ਹੁਣ ਉਸ ਪੰਜਾਬ ਸਰਕਾਰ ਦੇ ਫੈਸਲੇ ਨੂੰ ਅੰਮ੍ਰਿਤਪਾਲ ਸਿੰਘ ਨੇ ਰਾਸ਼ੀਦ ਦੇ ਹਵਾਲੇ ਨਾਲ ਦੁਬਾਰਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਤੇ 1 ਤਰੀਕ ਤੋਂ ਹੀ ਮਤਲਬ ਕਿ ਇਜਲਾਸ ਸ਼ੁਰੂ ਹੋਣਾ ਸੰਸਦ ਦਾ, ਤੇ 1 ਤਰੀਕ ਨੂੰ ਇਹ ਸੁਣਵਾਈ ਹੈ ਜੀ। ਦੇਖਦੇ ਹਾਂ ਕੀ ਬਣਦਾ।
ਹਾਂਜੀ ਬਿਲਕੁਲ, ਤੇ ਤੁਸੀਂ ਸ਼ਰਮਾ ਜੀ ਜ਼ਿਕਰ ਕਰ ਰਹੇ ਸੀਗੇ ਵੀ ਚੋਣਾਂ ਦੇ ਬਾਰੇ, ਤੇ ਹੁਣ ਜੇਕਰ ਗੱਲ ਕਰੀਏ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ, ਇਹ ਮੈਂਬਰ ਚੁਣਨੇ ਕਿਸ ਲਈ ਹੈ ਜੀ? ਬਿਲਕੁਲ ਜੀ, ਆਖਰ ਲੰਮੀ ਜਦੋਜਹਿਦ ਤੋਂ ਬਾਅਦ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਦਾ ਐਲਾਨ ਹੋਇਆ। ਪ੍ਰਵੀਨ ਜੀ, ਇਹਨਾਂ ਦਾ ਕਾਰਜਕਾਲ 19 ਸਤੰਬਰ 2018 ਨੂੰ ਮੁੱਕ ਜਾਣਾ ਸੀ, ਮਤਲਬ 18 ਨੂੰ ਆਖਰੀ ਚੋਣ ਹੋਈ ਹੈ। 20 ਸਤੰਬਰ 1918 ਨੂੰ ਜੇ ਆਖਰੀ ਚੋਣ ਹੋਈ ਹੈ ਤਾਂ ਇਹਦਾ ਮਤਲਬ 2023 ਦੇ ਵਿੱਚ ਇਹ ਚੋਣ ਦੁਬਾਰਾ ਹੋਣੀ ਚਾਹੀਦੀ ਸੀ। ਮਤਲਬ 23 ਵਾਲੀ ਚੋਣ 24 ਵੀ ਲੰਘ ਗਿਆ ਤੇ 25 ਵੀ, 2 ਸਾਲ ਡਿਲੇ ਹੋ ਕੇ ਚੱਲ ਰਹੀ ਹੈ। ਜੀ ਜੀ। ਸੋ ਇੱਕ ਤਾਂ ਇਹ ਸਮਾਂ ਜਿਹੜਾ ਸਹੀ ਤਰੀਕੇ ਨਾਲ, ਮਤਲਬ MLA MP ਲਈ ਤਾਂ ਤੁਸੀਂ ਸਾਰਾ ਕੁਝ ਠੀਕ ਹੈ ਨਾ, ਚਾਹੇ SGPC ਦੀਆਂ ਚੋਣਾਂ ਹੋਣ ਜਿਹੜੀਆਂ ਸੰਵਿਧਾਨ ਅਨੁਸਾਰ ਹੋਣੀਆਂ, ਚਾਹੇ ਸਾਡੀਆਂ ਪੰਚਾਇਤੀ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਹੋਣ, ਇਹਨਾਂ ਲਈ ਤੁਸੀਂ ਉਹ ਸੰਵਿਧਾਨ ਦੇ ਨਿਯਮ ਕਿੱਥੇ ਚਲੇ ਜਾਂਦੇ? ਸਹੀ ਹੈ। ਇਹ ਵੀ ਤਾਂ ਉਸੇ ਤਰ੍ਹਾਂ ਅਧਿਕਾਰਤ ਬੋਡੀ ਹੈ, ਇਹ ਵੀ ਤਾਂ ਉਸੇ ਤਰ੍ਹਾਂ ਸੰਵਿਧਾਨਕ ਬੋਡੀ ਹੈ, ਇਹਦੇ ਲਈ ਉਹ ਪਹਿਲ ਕਦਮੀ ਕਿਉਂ ਨਹੀਂ? ਸਵਾਲ ਤਾਂ ਇਹ ਵੀ ਹੈ। ਦੂਸਰਾ, ਠੀਕ ਹੈ ਜੀ, ਇਹ EVM ਰਾਹੀਂ ਨਹੀਂ ਹੁੰਦੀਆਂ ਇਹ ਵੋਟਾਂ ਬੈਲਟ ਪੇਪਰ ਰਾਹੀਂ ਹੋਣਗੀਆਂ, ਪਰ ਇਹ ਹੋਣਗੀਆਂ ਜੀ ਮਤਲਬ ਪਾਰਟੀਆਂ ਦੇ ਚੋਣ ਨਿਸ਼ਾਨ ਤੇ, ਪਾਰਟੀਆਂ ਆਪਣੇ ਉਮੀਦਵਾਰ ਆਪਣੇ ਚੋਣ ਨਿਸ਼ਾਨ ਤੇ ਖੜੇ ਕਰਦੀਆਂ, ਮਤਲਬ ਸੱਤਾਧਾਰੀ ਧਿਰ ਜਿਹੜੀ ਪਹਿਲ ਕਦਮੀ ਕਰਦੀ ਹੈ, ਫਿਰ ਦੂਜੀਆਂ ਪਾਰਟੀਆਂ ਨੂੰ ਵੀ ਉਸੇ ਤੇ ਜਾਣਾ ਪੈਂਦਾ। ਕਿਸੇ ਸਮੇਂ ਭਗਵੰਤ ਮਾਨ ਹੋਰੀ ਇਸ ਸਿਸਟਮ ਦੇ ਖਿਲਾਫ ਸੀ ਕਿ ਵੀ ਇਹ ਸਾਂਝੀਆਂ ਚੋਣਾਂ ਨੇ ਜੀ, ਇੱਥੇ ਉਮੀਦਵਾਰ ਸਾਂਝੇ ਹੋਣੇ ਚਾਹੀਦੇ ਨੇ, ਪਾਰਟੀਆਂ ਦੇ ਟੈਗ ਨਹੀਂ ਹੋਣੇ ਚਾਹੀਦੇ। ਚਲੋ ਫਿਲਹਾਲ ਪੰਚਾਇਤੀ ਸਿਸਟਮ ਉਹ ਚੱਲੀ ਜਾਂਦਾ, ਸਰਪੰਚੀ ਦੀਆਂ ਚੋਣਾਂ ਤਾਂ ਉਵੇਂ ਚੱਲੀ ਜਾਂਦੀਆਂ ਨੇ, ਪਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੀਆਂ ਚੋਣਾਂ ਨੂੰ ਹੋਏ ਹੁਣੇ ਪਾਰਟੀ ਚੋਣ ਨਿਸ਼ਾਨ ਤੇ ਲੜਨ ਦੀ ਪ੍ਰਕਿਰਿਆ ਚ ਆ ਗਏ ਤੇ 50% ਸੀਟਾਂ ਬੀਬੀਆਂ ਲਈ ਰਾਖਵੀਆਂ ਨੇ। 14 ਦਸੰਬਰ ਨੂੰ ਪੋਲਿੰਗ ਹੈ ਤੇ 17 ਦਸੰਬਰ ਨੂੰ ਨਤੀਜੇ ਨੇ। 14 ਦਸੰਬਰ ਨੂੰ ਵੋਟਾਂ ਪੈਣਗੀਆਂ। ਇਹਦੇ ਲਈ 154 ਸਾਡੇ ਬਲਾਕ ਨੇ, 23 ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਨੇ, 19,181 ਪੋਲਿੰਗ ਬੂਥ ਬਣਨਗੇ ਤੇ ਜਿਹੜੇ 154 ਬਲਾਕ ਨੇ ਉਹਦੇ ਵਿੱਚ 2863 ਮੈਂਬਰ ਚੁਣੇ ਜਾਣਗੇ ਸਾਡੇ ਬਲਾਕ ਸਮਿਤੀ ਦੇ ਜੀ, ਤੇ ਜਿਹੜੀਆਂ 23 ਜ਼ਿਲ੍ਹਾ ਪ੍ਰੀਸ਼ਦ ਨੇ ਉਹਦੇ ਲਈ 357 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣਗੇ। ਕੁੱਲ 3,220 ਨੁਮਾਇੰਦੇ ਚੁਣੇ ਜਾਣੇ ਆ ਤੇ ਇਹ ਨੁਮਾਇੰਦਿਆਂ ਨੂੰ ਚੁਣਨ ਦੀ ਜ਼ਿੰਮੇਵਾਰੀ 1 ਕਰੋੜ 36 ਲੱਖ ਪੇਂਡੂ ਵੋਟਰਾਂ ਤੇ। ਠੀਕ ਹੈ। ਤੇ ਇਹ ਸਾਰੀ ਪ੍ਰਕਿਰਿਆ ਕਰਕੇ ਅਸੀਂ 3,220 ਮੈਂਬਰ ਜਿਹੜੇ ਚੁਣਨੇ ਆ, ਕਦੇ ਪੰਜਾਬ ਦੀ ਸਿਆਸੀ ਫਿਜ਼ਾ ਚ ਤੁਹਾਨੂੰ ਉਹ ਰੜ ਕੇ ਹੁਣ ਤਾਂ ਮੈਨੂੰ ਦੱਸ। ਬਿਲਕੁਲ ਨਹੀਂ, ਕਦੇ ਵੀ ਨਹੀਂ। ਕੋਈ ਉਹ ਕਿਸੇ ਭੂਮਿਕਾ ਚ ਨਜ਼ਰ ਆਏ ਹੁਣ ਸਿੱਧੇ ਰੂਪ ਦੇ ਵਿੱਚ, ਰੈਲੀਆਂ ਚ ਬੰਦੇ ਲਿਜਾਣੇ, MLA ਦੇ ਨਾਲ ਖੜੇ ਹੋਣਾ, ਅਖਬਾਰ ਚ ਨਾ ਪੈ ਜਾਣਾ ਬ੍ਰੈਕਟ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਿਖ ਕੇ, ਉਹ ਵੱਖਰੀ ਗੱਲ ਹੈ। ਸਹੀ ਹੈ ਪ੍ਰਵੀਨ ਜੀ, ਜਿਵੇਂ ਸਾਡੀ ਸੰਸਦ ਹੈ ਉਵੇਂ ਸਾਡੀ ਵਿਧਾਨ ਸਭਾ ਹੈ, ਉਵੇਂ ਹੀ ਪੰਚਾਇਤ ਹੈ। ਤੇ ਇਸ ਤਰ੍ਹਾਂ ਇਹ ਆਪਣੇ ਆਪ ਚ ਸਰਕਾਰਾਂ ਨੇ, ਪਰ ਜਦੋਂ 73ਵੀਂ ਸੰਵਿਧਾਨਕ ਸੋਧ ਹੁੰਦੀ ਆ ਉਹਦੇ ਅਨੁਸਾਰ 29 ਵਿਭਾਗ ਪੰਚਾਇਤਾਂ ਨੂੰ ਸੌਂਪ ਕੇ ਇਹਨਾਂ ਨੂੰ ਇੱਕ ਆਜ਼ਾਦ ਬੋਡੀ ਵਜੋਂ ਅਧਿਕਾਰ ਦੇਣੇ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਸੂਬਿਆਂ ਦਾ ਕੇਂਦਰੀਕਰਨ ਹੋ ਰਿਹਾ, ਉਹ ਤਾਂ ਹੋ ਰਿਹਾ, ਪੰਚਾਇਤਾਂ ਦਾ ਸੂਬਈਕਰਨ ਹੋ ਚੁੱਕਿਆ, ਵਿਧਾਇਕੀਕਰਨ ਹੋ ਚੁੱਕਿਆ, ਉਹ ਤਾਂ ਵਿਧਾਇਕ ਚਲਾਉਂਦੇ ਨੇ ਸਾਰਾ ਕੁਝ। ਸੋ ਉੱਥੇ ਇਹ ਡੰਮੀ ਨੇ, ਮਤਲਬ ਉਹ ਕਹਿੰਦੇ ਜੀ ਕਿ ਇਹ ਤਾਂ ਬਸ ਇਹਨਾਂ ਦਾ ਕੰਮ ਤਾਂ ਸਰਕਾਰੀ ਮੀਟਿੰਗ ਦੇ ਵਿੱਚ ਸਮੋਸਾ ਤੇ ਇੱਕ ਗੁਲਾਬ ਜਾਮਣ ਰਸਗੁੱਲਾ ਖਾਣਾ ਹੀ ਹੁੰਦਾ, ਇੰਨਾ ਕੁ ਕੰਮ ਹੈ ਜੀ ਮਤਲਬ। ਸੋ ਇਸ ਲਈ ਫਿਰ ਇਹ ਕਰਨੇ ਕੀ ਨੇ ਚੁਣ ਕੇ, ਜੇ ਤੁਸੀਂ ਉਹਨਾਂ ਦੇ ਅਧਿਕਾਰ ਹੀ ਨਹੀਂ ਦੇਣੇ, ਉਹ ਪਿੰਡ ਦੇ ਵਿਕਾਸ ਦੇ ਵਿੱਚ, ਆਪਣੇ ਬਲਾਕ ਦੇ, ਆਪਣੇ ਜ਼ਿਲ੍ਹਾ ਪ੍ਰੀਸ਼ਦ ਦੀ ਯੋਜਨਾ ਦੇ ਵਿੱਚ ਰੋਲ ਹੀ ਨਹੀਂ ਨਿਭਾ ਸਕਦੇ। ਸਹੀ ਹੈ, ਸਹੀ। ਤੇ ਕਿਉਂ ਨਹੀਂ ਇਹਨਾਂ ਦੇ ਵਿੱਚ ਸਾਂਝੇ ਉਮੀਦਵਾਰ ਖੜੇ ਕੀਤੇ ਜਾ ਸਕਦੇ? ਪਰ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਚ ਆਪਾਂ ਧੱਕਾ ਦੇਖਦੇ ਹਾਂ, MCਆਂ ਦੀ ਚੋਣਾਂ ਚ ਧੱਕਾ ਦੇਖਦੇ ਹਾਂ, ਹੁਣ ਤਾਂ ਜਿਮਨੀ ਚੋਣਾਂ ਚ ਆਪਾਂ ਜਿਹੋ ਜਿਹਾ ਧੱਕਾ ਦੇਖਦੇ ਹਾਂ ਉਹ ਜਿਹਾ ਚੋਣਾਂ ਚ ਧੱਕਾ ਇੱਥੇ ਵੀ ਹੋ ਜਾਊਗਾ। ਠੀਕ ਹੈ ਜੀ, ਫਿਰ ਚੁਣ ਹੋ ਜਾਣਗੇ, ਜਿਹਦੀ ਸਰਕਾਰ ਆ ਉਹਦੇ ਬਾਜੀ ਵਜਾਉਣ ਵਾਲੇ ਚੁਣ ਹੋ ਜਾਣਗੇ, ਫਿਰ ਉਹ ਕੰਮ ਕੀ ਕਰਨਗੇ? ਸਵਾਲ ਤਾਂ ਇਹ ਖੜਾ। ਸੋ 14 ਤਰੀਕ ਨੂੰ ਵੋਟਾਂ ਪੈਣੀਆਂ ਜੀ, 17 ਨੂੰ ਨਤੀਜੇ ਆ ਜਾਣਗੇ, ਦੇਖਦੇ ਹਾਂ ਜੀ ਕਿੱਦਾਂ ਹੁੰਦਾ, ਕੀ ਹੁੰਦਾ। ਬਿਲਕੁਲ ਜੀ, ਦੇਖਦੇ ਰਹੇ ਆਪਾਂ ਅਕਾਲੀਆਂ ਨੇ ਜੀ ਚੋਣਾਂ ਕਿਵੇਂ ਜਿੱਤਦੇ ਹੁੰਦੇ ਸੀ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ, ਬਲਾਕ ਸਮਿਤੀ ਦੀਆਂ, ਫਿਰ ਕਾਂਗਰਸੀਆਂ ਨੇ ਕਿਸ ਤਰੀਕੇ ਨਾਲ ਕਰਵਾਈਆਂ, ਤੇ ਹੁਣ ਇਹਨਾਂ ਤੋਂ ਵੀ ਵੇਖ ਲਾਂਗੇ ਇਹ ਰਵਾਇਤੀਆਂ ਤੋਂ ਕਿੰਨੇ ਕੁ ਵੱਖਰੇ ਨੇ। ਤਰਨਤਾਰਨ ਜ਼ਿਮਨੀ ਚੋਣ ਸਾਰਿਆਂ ਨੇ ਦੇਖ ਹੀ ਲਈ ਹੈ। ਅਗਲੀ ਗੱਲ ਕਰੀਏ ਇਮਰਾਨ ਖਾਨ ਦੀ। ਇਮਰਾਨ ਖਾਨ ਸਿਆਸਤਦਾਨ ਚਾਹੇ ਕਿਹੋ ਜਿਹਾ ਮਰਜ਼ੀ ਆ, ਉਹ ਬਾਅਦ ਦੀ ਗੱਲ ਆ, ਪਰ ਇਮਰਾਨ ਖਾਨ ਦੀ ਜਿਨ੍ਹਾਂ ਨੇ ਕ੍ਰਿਕਟ ਦੇਖੀ ਹੈ ਤੇ ਇਮਰਾਨ ਖਾਨ ਪੰਜਾਬੀਆਂ ਦੇ ਨਾਲ ਕਿਸ ਤਰੀਕੇ ਦਾ, ਇਹ ਜੇ ਦੇਖਣਾ ਹੋਵੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਖਿਆ ਜਾ ਸਕਦਾ।
ਨਾ ਸਿਰਫ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਚੰਗੀ ਫੋਲੋਇੰਗ ਆ, ਜੇਲ੍ਹ ਦੇ ਵਿੱਚ ਨੇ, ਪਰ ਇਮਰਾਨ ਖਾਨ ਦੇ ਬਾਰੇ ਖਬਰਾਂ ਕਿਵੇਂ ਆ ਰਹੀਆਂ ਨੇ ਕਿ ਉਹ ਜਿਉਂਦਾ ਹੈ ਜਾਂ ਨਹੀਂ ਜਿਉਂਦਾ? ਰਵਿੰਦਰ ਜੀ, ਇਮਰਾਨ ਖਾਨ ਨੂੰ ਲੈ ਕੇ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ, ਅਖਬਾਰੀ ਮੀਡੀਆ ਦੇ ਵਿੱਚ, ਟੀਵੀ ਚੈਨਲਾਂ ਦੇ ਉੱਤੇ ਜਿਹੜੇ ਸਰਕਾਰ ਦੇ ਕੰਟਰੋਲ ਤੋਂ ਥੋੜੇ ਬਹੁਤ ਬਾਹਰ ਨੇ, ਉਹਨਾਂ ਦੇ ਵਿੱਚ ਬਕਾਇਦਾ ਇਹ ਖਬਰਾਂ ਵੱਡੇ ਪੱਧਰ ਤੇ ਚੱਲ ਰਹੀਆਂ ਜੀ। ਉਸੇ ਆਧਾਰ ਦੇ ਉੱਤੇ ਭਾਰਤ ਦੇ ਮੀਡੀਆ 'ਚ ਵੀ ਇਹਦੀ ਚਰਚਾ ਸਹੀ ਹੈ। ਉਸੇ ਆਧਾਰ ਤੇ ਦੁਨੀਆ ਭਰ ਦੇ ਵਿੱਚ ਵੀ ਇਹਦੇ ਤੇ ਨਜ਼ਰ ਰੱਖੀ ਹੋਈ ਹੈ ਤੇ ਕੁਝ ਨਾ ਕੁਝ ਸਾਹਮਣੇ ਆ ਇਹਦੇ ਵਿੱਚੋਂ ਪਾਕਿਸਤਾਨੀ ਸਰਕਾਰ, ਪਾਕਿਸਤਾਨੀ ਫੌਜ ਦਾ ਮੁਖੀ ਇਹ ਸਵਾਲ ਨਾ ਕਹਿ ਰਿਹਾ ਜੀ ਕਿ ਜੀ ਤਾਂ ਪਾਕਿਸਤਾਨ ਦਾ ਮਾਹੌਲ ਖਰਾਬ ਕਰਨ ਲਈ ਜੀ ਅੰਤਰਰਾਸ਼ਟਰੀ ਪੱਧਰ ਤੇ ਸਾਜ਼ਿਸ਼ ਹੋ ਰਹੀ ਹੈ ਜੀ, ਭਾਰਤ ਵੀ ਰੋਲ ਨਿਭਾ ਰਿਹਾ ਜੀ, ਅਜਿਹਾ ਕੁਝ ਨਹੀਂਗਾ। ਸਰਕਾਰ ਵੱਲੋਂ ਦਮ ਭਰਿਆ ਜਾ ਰਿਹਾ ਕਿ ਇਮਰਾਨ ਖਾਨ ਜਿਉਂਦਾ ਹੈ। ਸਹੀ ਹੈ। ਮੈਂ ਕਹਿੰਦਾ ਜੀ ਜੇ ਜਿਉਂਦਾ ਹੈ ਤਾਂ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਮਾਰਤਾ ਜਾਂ ਮਰ ਗਿਆ, ਪਰ ਜੇ ਤੁਹਾਡੇ ਤੇ ਸਵਾਲੀਆ ਚਿੰਨ੍ਹ ਹੈ ਔਰ ਉਹ ਸਵਾਲੀਆ ਚਿੰਨ੍ਹ ਹੋਰ ਵੱਡਾ ਹੁੰਦਾ ਜਾ ਰਿਹਾ ਤਾਂ ਉਸ ਨੂੰ ਦਰੁਸਤ ਕਰਨ ਦੇ ਲਈ ਦੁਨੀਆ ਭਰ ਦੇ ਵਿੱਚ ਆਪਣੀ ਹੋ ਰਹੀ ਬਦਨਾਮੀ ਨੂੰ ਬਚਾਉਣ ਦੇ ਤੁਸੀਂ ਉਹਨੂੰ ਕਿਸੇ ਵੀਡੀਓ ਕਾਨਫਰੰਸਿੰਗ ਰਾਹੀਂ ਕਿਸੇ ਜੱਜ ਮੂਹਰੇ ਪੇਸ਼ ਕਰ ਲਓ। ਸਹੀ ਹੈ, ਬਿਲਕੁਲ। ਉਸ ਨੂੰ ਜਨਤਕ ਤੌਰ ਤੇ ਦਿਖਾ ਦਿਓ, ਉਹਦੀ ਕੋਈ ਵੀਡੀਓ ਕਲਿੱਪ ਜਾਂ ਕੁਛ, ਉਹਨੂੰ ਹੈ ਨਾ, ਪਰਿਵਾਰਕ ਜੀਆਂ ਨੂੰ ਮਿਲਣ ਦੇ ਦਿਓ, ਉਹਦੇ ਵਕੀਲਾਂ ਨੂੰ ਮਿਲਣ ਦੇ ਦਿਓ। ਗੱਲ ਕਾਨੂੰਨੀ ਤੌਰ ਤੇ ਇਜਾਜ਼ਤ ਮਿਲੀ ਹੋਈ ਹੈ ਪਰਿਵਾਰ ਨੂੰ ਮਿਲਣ ਦੀ ਕਿ 3 ਹਫ਼ਤਿਆਂ 'ਚ ਇੱਕ ਵਾਰ ਉਹ ਮਿਲ ਸਕਦੇ ਨੇ, ਉਹਨਾਂ ਦਾ ਵਕੀਲ ਮਿਲ ਸਕਦਾ ਹੈ। ਭੈਣਾਂ ਗਈਆਂ ਮਿਲਣ, ਤੁਸੀਂ ਮਿਲ ਨਹੀਂ ਦਿੱਤੀ, ਬਸ ਲੁਕੀ ਕੀਤੀ। ਵਕੀਲ ਮਿਲਣਗੇ, ਮਿਲ ਨਹੀਂ ਦਿੱਤਾ ਤੁਸੀਂ। ਖੈਬਰ ਪਖਤੂਨਖਵਾ ਦਾ ਸੀਐਮ ਜਾਂਦਾ ਤਾਂ ਉਹਦੇ ਨਾਲ ਪੁਲਿਸ ਵਧੀਕੀ ਕਰਦੀ ਹੈ। ਭੈਣਾਂ ਦੇ ਹਵਾਲੇ ਨਾਲ ਖਬਰ ਆਉਂਦੀ ਹੈ ਕਿ ਖਦਸ਼ਾ ਸਾਨੂੰ ਕਿ ਜੇ ਸਾਡੇ ਭਰਾ ਨੂੰ ਮਿਲ ਦਿੱਤਾ ਜਾਂਦਾ ਉਹਨੂੰ ਮਾਰ ਦਿੱਤਾ ਗਿਆ। ਪਿਛਲੇ 17 ਦਿਨਾਂ ਤੋਂ ਇਹ ਗੱਲ ਨੇ ਜ਼ਿਆਦਾ ਜ਼ੋਰ ਫੜਿਆ ਕਿ 17 ਦਿਨ ਪਹਿਲਾਂ ਜੀ ਉਸ ਨੂੰ ਸ਼ਾਇਦ ਮਾਰ ਦਿੱਤਾ ਗਿਆ। ਤੇ ਜੇ ਇਹ ਹੈ ਤਾਂ ਸਥਿਤੀ ਸਪਸ਼ਟ ਕਿਉਂ ਨਹੀਂ? ਹੁਣ ਇਹਦੇ ਵਿੱਚ ਪਹਿਲੂ ਹੈ, ਪਹਿਲੂ ਇਹ ਹੈ ਕਿ 2023 ਚ ਇਮਰਾਨ ਖਾਨ ਗ੍ਰਿਫਤਾਰ ਹੁੰਦਾ ਹੈ ਜੀ, ਤੇ ਗ੍ਰਿਫਤਾਰੀ ਦੇ ਪਿੱਛੇ ਦਾ ਕਾਰਨ ਜਾਂ ਇਹ ਟਕਰਾਅ ਦਾ ਕਾਰਨ, ਸਰਕਾਰ ਜਾਣ ਦਾ ਕਾਰਨ, ਕਹਿੰਦੇ ਜਿਹੜਾ ਹੁਣ ਫੌਜ ਦਾ ਮੁਖੀ ਹੈ ਉਹ ਕਿਸੇ ਸਮੇਂ ISI ਦਾ ਮੁਖੀ ਸੀ ਇਮਰਾਨ ਖਾਨ ਦੀ ਸਰਕਾਰ ਦੇ ਸਮੇਂ, ਤੇ ਜਿੰਨੀ ਤੇਜ਼ੀ ਨਾਲ ਉਹਨੂੰ ਬਦਲਿਆ ਗਿਆ, ਹਟਾਇਆ ਗਿਆ, ਤੇ ਉਸ ਗੱਲ ਤੋਂ ਨਾਰਾਜ਼ ਇਸ ਕਦਰ ਹੋਇਆ ਕਿ ਉੱਥੇ ਫੌਜ ਜਿਵੇਂ ਤਖਤਾ ਪਲਟ ਕੰਟਰੋਲ ਕਰਦੀ ਆ ਉਹਨੇ ਕਰਕੇ ਉਹ ਸਾਰਾ ਕੁਝ ਕਰਾਇਆ ਤੇ ਅੱਜ ਇਮਰਾਨ ਖਾਨ ਅੰਦਰ ਚਲਾ ਗਿਆ। ਠੀਕ ਹੈ। 2023 ਤੋਂ ਅੰਦਰ 2024 ਦੇ 16 ਮਈ ਦੇ ਨੇੜੇ ਤੇੜੇ ਸ਼ਾਇਦ, ਜੇ ਮੈਂ ਸਹੀ ਹਾਂ, ਤਾਂ ਉਹਦੀ ਇੱਕ ਵੀਡੀਓ ਕਾਨਫਰੰਸਿੰਗ ਲਈ ਜੱਜ ਮੂਹਰੇ ਪੇਸ਼ੀ ਹੁੰਦੀ ਹੈ। ਤੇ 16 ਮਈ ਦਾ 2024 ਦਾ ਉਹ ਲੋਕਾਂ ਨੇ ਸਿੱਧੇ ਰੂਪ ਚ ਦੇਖਿਆ ਹੋਇਆ, ਉਸ ਤੋਂ ਬਾਅਦ ਉਸ ਨੂੰ ਸਪਸ਼ਟ ਰੂਪ ਚ ਦੇਖਿਆ ਹੀ। ਕਹਿੰਦੇ ਇਹ ਤੋਂ ਬਾਅਦ ਲੰਘੇ ਸਤੰਬਰ 2025 ਚ ਉਹਦੀ ਫਿਰ ਵੀਡੀਓ ਕਾਨਫਰੰਸਿੰਗ ਲਈ ਪੇਸ਼ੀ ਸੀ। ਅੱਛਾ ਜੀ। ਉਸ ਵੀਡੀਓ ਕਾਨਫਰੰਸ ਦੀ ਪੇਸ਼ੀ ਦੇ ਵਿੱਚ ਨਾ ਤਾਂ ਤਸਵੀਰ ਸਾਫ਼ ਦਿਖੀ ਤੇ ਨਾ ਉਹਦੀ ਆਵਾਜ਼ ਸਮਝ ਆਈ ਕਿਸੇ। ਉੱਥੋਂ ਸ਼ੰਕੇ ਸ਼ੁਬੇ ਪੈਦਾ ਹੋਏ ਕਿ ਕੀ ਇਮਰਾਨ ਖਾਨ ਹੀ ਸੀ, ਉਹਦੀ ਆਵਾਜ਼ ਸੀ, ਨਹੀਂ ਸੀ, ਇਹ ਡਰਾਮਾ ਹੋਇਆ, ਨਹੀਂ ਹੋਇਆ। ਉਸ ਤੋਂ ਬਾਅਦ ਇਹ ਸਤੰਬਰ ਤੋਂ ਬਾਅਦ ਲਗਭਗ ਇਹ ਗੱਲ ਪਰਿਵਾਰ ਨੂੰ ਖਦਸ਼ਾ ਪ੍ਰਗਟਾਉਣ ਲੱਗੀ। ਉਹ ਅਦਾਲਤੀ ਤੌਰ ਤੇ ਮਨਜ਼ੂਰੀ ਲਿਆਏ ਕਿ ਮਿਲ ਦਿੱਤਾ ਜਾਵੇ, ਨਹੀਂ ਮਿਲ ਦਿੱਤਾ ਗਿਆ। ਉਹ ਦੁਬਾਰਾ ਅਦਾਲਤ ਗਏ, ਅਦਾਲਤ ਨੇ ਫਿਰ ਕਿਹਾ ਕਿ ਮਿਲ ਸਕਦੇ ਨੇ। ਉਹਦੇ ਬਾਵਜੂਦ ਵੀ ਉਹਦੀਆਂ ਭੈਣਾਂ ਕਹਿੰਦੀਆਂ ਸਾਨੂੰ ਮਿਲਾਇਆ ਨਹੀਂ ਜਾ ਰਿਹਾ, ਸਾਨੂੰ ਦਿਖਾਇਆ ਨਹੀਂ ਜਾ ਰਿਹਾ। ਤੇ ਫਿਰ ਸਵਾਲ ਖੜਾ ਕਿਉਂ ਨਹੀਂ ਹੋਊਗਾ ਜੀ, ਜਦੋਂ ਕਿ ਇਹ ਵੀ ਕਿਹਾ ਜਾ ਰਿਹਾ ਕਿ ਜੇਲ੍ਹ ਵੀ ਉਹਦੀ ਤਬਦੀਲ ਕਰਤੀ ਜੀ। ਉਹ ਪ੍ਰਸ਼ਾਸਨ ਕਹਿੰਦਾ ਜੇਲ੍ਹ ਵੀ ਤਬਦੀਲ ਨਹੀਂ ਕੀਤੀ ਜੀ, ਅਸੀਂ ਉਸੇ ਜੇਲ੍ਹ 'ਚ ਹੈ ਜੀ, ਡਾਕਟਰਾਂ ਦੀ ਨਿਗਰਾਨੀ 'ਚ ਹੈ ਜੀ, ਤੰਦਰੁਸਤ ਹੈ ਜੀ, ਕੋਈ ਸਿਹਤ ਦਾ ਕੋਈ ਮਸਲਾ ਨਹੀਂ ਉਹਦਾ। ਇਹ ਸਾਰਾ ਕੁਝ ਠੀਕ ਹੈ ਤਾਂ ਉਹਨੂੰ ਕਿਸੇ ਸਾਹਮਣੇ ਲਿਆ ਕੇ ਉਹਦੀ ਵੀਡੀਓ ਕਲਿੱਪ, ਕੋਈ ਮੁਲਾਕਾਤ, ਕੋਈ ਕਿਸੇ ਤਰੀਕੇ ਨਾਲ ਪੈਨਲ ਬਣਾ ਕੇ ਕੋਈ ਕੁਝ ਕਿਉਂ ਨਹੀਂ ਸਪਸ਼ਟ ਕੀਤਾ ਜਾ ਰਿਹਾ? ਇਸ ਲਈ ਸਰਕਾਰ ਲਗਾਤਾਰ ਇਹਦੇ ਤੇ ਬਿਆਨਬਾਜ਼ੀ ਕਰ ਰਹੀ ਹੈ, ਪਰ ਅੱਜ ਦੇ ਯੁੱਗ ਦੇ ਵਿੱਚ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੇ ਉਹਨੂੰ ਕਿਸੇ ਤਰੀਕਾ ਕਾਰਨ ਨਾਲ ਵੀ ਸਾਹਮਣੇ ਨਹੀਂ ਲਿਆ ਪਾ ਰਹੀ ਤੇ ਫਿਰ ਸਵਾਲ ਉੱਠਣ ਦਾ ਬਾਅਦ ਉਹਨੇ ਜੀ ਕਿ ਕੀ ਉਹ ਜਿਉਂਦਾ ਵੀ ਹੈ ਜਾਂ ਨਹੀਂ। ਜੀ ਸਹੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ DSA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ DSA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਹੀ ਅਖੀਰ ਦੇ ਵਿੱਚ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।